सुनो सनामा पाठ पढ़ावा, आओ बच्चों सुनो सनामा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी, हिंदी समाजिक पढ़ लो सारी। चंगियां गल्लां गीत भी गावा, सुनो सनावा पाठ पढ़ावा, सुनो सनावा पाठ पढ़ावा। दुआबा रेडियो। ਦੁਆਬਾ ਰੇਡੀਓ ਦੇ ਪ੍ਰੋਗਰਾਮ ਸੁਣੋ ਸੁਣਾਵਾਂ ਪਾਠ ਪੜਾਵਾਂ ਵਿੱਚ ਆਪ ਸਾਰਿਆਂ ਦਾ ਮੇਰੇ ਵੱਲੋਂ ਸਵਾਗਤ ਹੈ। ਮੈਂ ਗੁਰਮੀਤ ਸਿੰਘ ਭੋਮਾ, ਲੈਕਚਰਰ ਪੋਲੀਟੀਕਲ ਸਾਇੰਸ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਬਟਾਲਾ ਗੁਰਦਾਸਪੁਰ। ਪਿਛਲੇ ਲੈਕਚਰ ਨੂੰ ਜਾਰੀ ਰੱਖਦਾ ਹੋਇਆ 12ਵੀਂ ਜਮਾਤ ਦੇ ਵਿਦਿਆਰਥੀ ਜਿਨ੍ਹਾਂ ਨੂੰ ਰਾਜਨੀਤੀ ਸ਼ਾਸਤਰ ਦੇ ਪਹਿਲੇ ਅਧਿਆਏ ਬਾਰੇ ਵਿੱਚ ਰਾਜਨੀਤੀ ਸ਼ਾਸਤਰ ਕੀ ਹੈ, ਇਹਦੇ ਕੀ ਅਰਥ ਹਨ, ਪਰਿਭਾਸ਼ਾਵਾਂ ਹਨ, ਉਹਦੇ ਬਾਰੇ ਜਾਣਕਾਰੀ ਪਹਿਲੇ ਲੈਕਚਰ ਵਿੱਚ ਦਿੱਤੀ ਗਈ ਸੀ। ਅੱਜ ਮੈਂ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗਾ ਰਾਜਨੀਤਿਕ ਪ੍ਰਣਾਲੀ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹਨ ਤੇ ਰਾਜਨੀਤਿਕ ਪ੍ਰਣਾਲੀ ਦੇ ਕਿਹੜੇ ਕੰਮ ਹਨ। ਸੋ ਪਿਆਰੇ ਵਿਦਿਆਰਥੀਓ, ਇਹ ਰਾਜਨੀਤੀ ਸ਼ਾਸਤਰ ਦੇ ਜਿੰਨੇ ਵੀ ਵਿਦਿਆਰਥੀ ਹਨ ਮੈਨੂੰ ਜੋ ਸੁਣ ਰਹੇ ਹਨ, ਸੋ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਲੈਕਚਰ ਨੂੰ ਬੜੇ ਧਿਆਨ ਨਾਲ ਸੁਣਨਾ ਵਾ ਤੇ ਆਪਣੀਆਂ ਕਾਪੀ ਦੇ ਉੱਪਰ ਮੇਨ ਪੁਆਇੰਟ ਤੁਸੀਂ ਨਾਲ ਨੋਟ ਕਰ ਸਕਦੇ ਜੇ। ਸੋ ਜਿਵੇਂ ਕਿ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਰਾਜਨੀਤਿਕ ਪ੍ਰਣਾਲੀ ਕੀ ਹੈ ਤੇ ਇਹਦੀਆਂ ਕਿਹੜੀ ਪਰਿਭਾਸ਼ਾਵਾਂ ਹਨ, ਅਰਥ ਹਨ, ਉਸੇ ਹੀ ਲੜੀ ਤਹਿਤ ਅੱਜ ਅਸੀਂ ਗੱਲ ਕਰਦੇ ਹਾਂ ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲੀ ਗੱਲ, ਰਾਜਨੀਤਿਕ ਪ੍ਰਣਾਲੀ ਮਨੁੱਖੀ ਸੰਬੰਧਾਂ ਦਾ ਸਥਾਈ ਨਮੂਨਾ ਹੈ। ਰਾਬਰਟ ਡਾਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਮਨੁੱਖੀ ਸੰਬੰਧਾਂ ਤੋਂ ਮਿਲ ਕੇ ਬਣਦੀ ਹੈ। ਇਹ 20ਵੀਂ ਸਦੀ ਦੀ ਨਵੀਂ ਧਾਰਨਾ ਸੀ ਵਿਵਹਾਰਵਾਦ, ਜਿਹਦੇ ਮੁਤਾਬਕ ਹਰ ਪ੍ਰਕਾਰ ਦੇ ਸੰਬੰਧਾਂ ਨੂੰ ਰਾਜਨੀਤਿਕ ਪ੍ਰਣਾਲੀ ਦਾ ਭਾਗ ਭਾਵੇਂ ਨਹੀਂ ਮੰਨਿਆ ਜਾਂਦਾ। ਰਾਜਨੀਤਿਕ ਪ੍ਰਣਾਲੀ ਦੇ ਖੇਤਰ ਵਿੱਚ ਕੇਵਲ ਉਹ ਸੰਬੰਧ ਹੀ ਸ਼ਾਮਲ ਕੀਤੇ ਜਾਂਦੇ ਹਨ ਜੋ ਪ੍ਰਤੱਖ ਜਾਂ ਅਪਰਤੱਖ ਰੂਪ ਵਿੱਚ ਰਾਜਨੀਤਿਕ ਪ੍ਰਣਾਲੀ ਦੀ ਕਾਰਜਸ਼ੀਲਤਾ ਨੂੰ ਪ੍ਰਭਾਵਿਤ ਕਰਦੇ ਹਨ। ਸੋ ਇੱਥੋਂ ਗੱਲ ਸਮਝ ਆਉਂਦੀ ਹੈ ਪਿਆਰੇ ਵਿਦਿਆਰਥੀਓ ਕਿ ਰਾਜਨੀਤਿਕ ਪ੍ਰਣਾਲੀ ਮਨੁੱਖੀ ਸੰਬੰਧਾਂ ਦਾ ਸਥਾਈ ਨਮੂਨਾ ਹੈ ਤੇ ਮਨੁੱਖੀ ਸੰਬੰਧਾਂ ਤੋਂ ਹੀ ਰਾਜਨੀਤਿਕ ਪ੍ਰਣਾਲੀ ਬਣਦੀ ਹੈ। ਦੂਸਰੀ ਗੱਲ, ਉਸਤਾਪੂਰਨ ਜਬਰੀ ਸ਼ਕਤੀ ਦਾ ਪ੍ਰਯੋਗ, ਯੂਜ਼ ਆਫ ਲੈਸਟੀਮੇਟ ਫਿਜ਼ੀਕਲ ਫੋਰਸ। ਰਾਜਨੀਤਿਕ ਪ੍ਰਣਾਲੀ ਕੋਲ ਲੈਸਟੀਮੇਟ ਫੋਰਸ ਹੁੰਦੀ ਹੈ, ਸ਼ਕਤੀ ਤੇ ਸੱਤਾ ਦਾ ਪ੍ਰਤੀਕ ਹੈ ਰਾਜਨੀਤਿਕ ਸ਼ਬਦ, ਪਰ ਲੈਸਟੀਮੇਸੀ ਹੈ ਜਿਨ੍ਹਾਂ ਨੂੰ ਪਬਲਿਕ ਓਪੀਨੀਅਨ ਵੱਲੋਂ ਮਾਨਤਾ ਪ੍ਰਾਪਤ ਹੈ। ਲੋਕੀ ਮੰਨਦੇ ਹੈ ਕਿ ਵਾਕਿਆ ਹੀ ਇਹ ਫੋਰਸ ਸਾਡੇ ਲਈ, ਇਹ ਸ਼ਕਤੀ ਅਥਾਰਟੀ ਸਾਡੇ ਲਈ ਲਾਹੇਵੰਦ ਹੈ। ਸੋ ਰਾਜਨੀਤਿਕ ਪ੍ਰਣਾਲੀ ਦੀ ਇਹ ਵਿਸ਼ੇਸ਼ਤਾ ਹੀ ਇਸ ਨੂੰ ਸਮਾਜਿਕ ਅਤੇ ਆਰਥਿਕ ਪ੍ਰਣਾਲੀਆਂ ਨੂੰ ਭਿੰਨ ਕਰਦੀ ਹੈ। ਲੈਸਟੀਮੇਟ ਫਿਜ਼ੀਕਲ ਫੋਰਸ ਬਹੁਤ ਹੀ ਇੰਪੋਰਟੈਂਟ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਵਿਆਪਕਤਾ, ਕੰਪਰੀਹੈਂਸਿਵਨੈਸ। ਆਲਮੰਡ ਤੇ ਪਾਵਲ ਅਨੁਸਾਰ ਵਿਆਪਕਤਾ ਨੂੰ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਸਵੀਕਾਰ ਕਰਦੇ ਹਨ। ਆਲਮੰਡ ਤੇ ਪਾਵਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਵਿੱਚ ਕੇਵਲ ਰਸਮੀ ਢਾਂਚੇ ਜਿਵੇਂ ਕਿ ਸਰਕਾਰ ਦੇ ਅੰਗ, ਕਾਰਜਪਾਲਿਕਾ ਹੈ, ਵਿਧਾਨਪਾਲਿਕਾ ਹੈ, ਨਿਆਂਪਾਲਿਕਾ ਹੀ ਸ਼ਾਮਲ ਨਹੀਂ ਹੁੰਦੇ ਹਨ, ਸਗੋਂ ਕਿ ਰਾਜਨੀਤਿਕ ਪ੍ਰਣਾਲੀ ਦੇ ਗੈਰ ਰਸਮੀ ਢਾਂਚੇ ਵੀ ਹਨ ਜੋ ਕਿ ਰਾਜਨੀਤਿਕ ਪ੍ਰਣਾਲੀ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੇ ਹਨ, ਜੋ ਕਿ ਅਸੀਂ ਬੜੀ ਵਿਸਤਾਰਪੂਰਵਕ ਗੱਲ ਪਹਿਲੇ ਲੈਕਚਰ ਦੇ ਵਿੱਚ ਅਸੀਂ ਕਰ ਚੁੱਕੇ ਹਾਂ, ਜਿਵੇਂ ਕਿ ਰਿਸ਼ਤੇਦਾਰੀਆਂ, ਜਾਤੀ ਸਮੂਹ, ਹਿੱਤ ਸਮੂਹ, ਦਬਾਓ ਸਮੂਹ, ਦੰਗੇ ਆਦਿ। ਇਹ ਸਾਰੇ ਹੀ ਰਾਜਨੀਤਿਕ ਪ੍ਰਣਾਲੀ ਦੇ ਢਾਂਚੇ ਹਨ ਜਿਨ੍ਹਾਂ ਨੇ ਰਾਜਨੀਤਿਕ ਪ੍ਰਣਾਲੀ ਦੇ ਖੇਤਰ ਨੂੰ ਵਿਆਪਕ ਕਰ ਦਿੱਤਾ ਹੈ। ਕੰਪਰੀਹੈਂਸਿਵ, ਅੱਜ ਪੋਲੀਟੀਕਲ ਸਿਸਟਮ ਇੱਕ ਕੰਪਰੀਹੈਂਸਿਵ ਬਣ ਗਿਆ ਹੈ। ਅੱਜ ਪੋਲੀਟੀਕਲ ਸਿਸਟਮ ਦਾ ਖੇਤਰ ਬਹੁਤ ਹੀ ਵਿਸ਼ਾਲ ਹੋ ਗਿਆ ਹੈ। ਇਸੇ ਤਰ੍ਹਾਂ ਹੀ ਅੱਗੇ ਅਸੀਂ ਗੱਲ ਕਰਦੇ ਹਾਂ ਰਾਜਨੀਤਿਕ ਪ੍ਰਣਾਲੀ ਵਿੱਚ ਸਰਵ ਵਿਆਪਕਤਾ ਪਾਈ ਜਾਂਦੀ ਹੈ। ਸਰਵ ਵਿਆਪਕਤਾ ਰਾਜਨੀਤਿਕ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਲੱਛਣ ਹੈ। ਸਰਵ ਵਿਆਪਕਤਾ ਮੀਨਜ਼ ਰਾਜਨੀਤਿਕ ਪ੍ਰਣਾਲੀ ਹਰ ਜਗ੍ਹਾ ਪਾਈ ਜਾਂਦੀ ਹੈ, ਭਾਵੇਂ ਕੋਈ ਵੀ ਪੋਲੀਟੀਕਲ ਸਿਸਟਮ ਪਛੜਿਆ ਹੋਵੇ ਜਾਂ ਵਿਕਸਿਤ ਹੋਵੇ, ਹਰ ਜਗ੍ਹਾ ਪੋਲੀਟੀਕਲ ਸਿਸਟਮ ਪਾਇਆ ਹੀ ਜਾਂਦਾ ਹੈ। ਇਸੇ ਤਰ੍ਹਾਂ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਉਪ ਪ੍ਰਣਾਲੀਆਂ ਹੁੰਦੀਆਂ ਹਨ ਅਤੇ ਉਹਨਾਂ ਦੀ ਅੰਤਰ ਨਿਰਭਰਤਾ ਹੁੰਦੀ ਹੈ।
ਸਬ ਸਿਸਟਮ ਐਂਡ ਦੇਅਰ ਇੰਟਰਡਿਪੈਂਡੈਂਸ ਇਹ ਵੀ ਰਾਜਨੀਤਿਕ ਪ੍ਰਣਾਲੀ ਦਾ ਮਹੱਤਵਪੂਰਨ ਵਿਸ਼ੇਸ਼ਤਾ ਮੰਨੀ ਜਾਂਦੀ ਹੈ। ਰਾਜਨੀਤਿਕ ਪ੍ਰਣਾਲੀ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਆਲਮੰਡ ਦੇ ਪਾਵਰ ਹੁਣ ਅਨੁਸਾਰ ਕਿਹਾ ਹੈ ਕਿ ਰਾਜਨੀਤਿਕ ਪ੍ਰਣਾਲੀ ਸੀਮਾਵਾਂ ਹੁੰਦੀਆਂ ਹਨ ਜਿਹੜੀਆਂ ਕਿ ਬਲਦੀਆਂ ਰਹਿੰਦੀਆਂ ਹਨ। ਯੁੱਧ ਦੇ ਸਮੇਂ ਰਾਜਨੀਤਿਕ ਪ੍ਰਣਾਲੀ ਸੀਮਾਵਾਂ ਬਹੁਤ ਵੱਧ ਜਾਂਦੀਆਂ ਹਨ ਕਿਉਂਕਿ ਕਾਫੀ ਵੱਡੀ ਸੰਖਿਆ ਵਿੱਚ ਵਿਅਕਤੀ ਸੈਨਿਕ ਸੇਵਾ ਵਿੱਚ ਭਰਤੀ ਕੀਤੇ ਜਾਂਦੇ ਹਨ। ਜਿਵੇਂ ਆਪਾਂ ਹੁਣੇ ਹੀ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੂਰਾ ਵਰਲਡ ਦੇ ਵਿੱਚ ਮਹਾਂਮਾਰੀ ਕੋਵਿਡ-19 ਫੈਲੀ ਹੋਈ ਹੈ ਅਤੇ ਇਸ ਸਮੇਂ ਦੇ ਦਰਮਿਆਨ ਰਾਜਨੀਤਿਕ ਪ੍ਰਣਾਲੀ ਭਾਵੇਂ ਉਹ ਅਮਰੀਕਾ ਦੀ ਹੈ, ਭਾਵੇਂ ਉਹ ਭਾਰਤ ਦੀ ਹੈ, ਭਾਵੇਂ ਉਹ ਇਟਲੀ ਦੀ ਹੈ, ਸਾਰੀਆਂ ਰਾਜਨੀਤਿਕ ਪ੍ਰਣਾਲੀ ਦੇ ਕੰਮ ਵੱਧ ਗਏ ਹਨ। ਸੋ ਦੇਖਦੇ ਹਾਂ ਕਿ ਜਦੋਂ ਵੀ ਕਿ ਐਮਰਜੈਂਸੀ ਹਾਲਾਤ ਹਨ ਜਾਂ ਯੁੱਧ ਹੈ ਉਦੋਂ ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਵੱਧ ਜਾਂਦੀਆਂ ਹਨ ਕਿਉਂਕਿ ਉਹਨਾਂ ਦੇ ਵਰਕ ਵੱਧ ਜਾਂਦੇ ਹਨ। ਸੋ ਇਸ ਤਰ੍ਹਾਂ ਜਦੋਂ ਪੀਸ ਹੈ ਉਦੋਂ ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਬਹੁਤ ਜ਼ਿਆਦਾ ਨਹੀਂ ਵੱਧਦੀਆਂ ਹਨ। ਇਸੇ ਤਰ੍ਹਾਂ ਅੱਗੇ ਅਸੀਂ ਗੱਲ ਕਰਦੇ ਹਾਂ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਦੀ। ਰਾਜਨੀਤਿਕ ਢਾਂਚਿਆਂ ਦੀ ਬਹੁ ਕਾਰਜਮਕਤਾ, ਇਟ ਮੀਨਜ਼ ਮਲਟੀ ਫੰਕਸ਼ਨੈਲਿਟੀ ਆਫ ਪੋਲੀਟੀਕਲ ਸਟਰਕਚਰਸ। ਰਾਜਨੀਤਿਕ ਪ੍ਰਣਾਲੀ ਅਨੇਕਾਂ ਕਾਰਜ ਕਰਦੀ ਹੈ। ਜਿਵੇਂ ਕਿ ਰਾਜਨੀਤਿਕ ਪ੍ਰਣਾਲੀ ਦੇ ਅੰਗ ਹਨ ਵਿਧਾਨ ਪਾਲਿਕਾ ਦੀ। ਆਪਾਂ ਇੱਕ ਐਗਜ਼ਾਮਪਲ ਲੈ ਲਈਏ ਕਿ ਵਿਧਾਨ ਪਾਲਿਕਾ ਕਾਨੂੰਨ ਨਿਰਮਾਣ ਦਾ ਕੰਮ ਕਰਦੀ ਹੈ। ਆਮ ਤੌਰ 'ਤੇ ਅਸੀਂ ਵਿਦਿਆਰਥੀਓ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਪਰ ਨਹੀਂ ਜਦੋਂ ਕਿ ਰਾਜਨੀਤਿਕ ਪ੍ਰਣਾਲੀ ਵਿੱਚ ਵਿਧਾਨ ਪਾਲਿਕਾ ਇਕੱਲਾ ਕਾਨੂੰਨ ਨਿਰਮਾਣ ਦਾ ਕਾਰਜ ਨਹੀਂ ਕਰਦੀ ਹੈ, ਸਗੋਂ ਕਾਰਜਪਾਲਿਕਾ 'ਤੇ ਕੰਟਰੋਲ ਵੀ ਕਰਦੀ ਹੈ, ਦੇਸ਼ ਦੇ ਧਨ 'ਤੇ ਵੀ ਕੰਟਰੋਲ ਕਰਦੀ ਹੈ। ਇਸੇ ਤਰ੍ਹਾਂ ਰਾਜਨੀਤਿਕ ਦਲ ਹਨ ਜਿਹੜੇ ਕਿ ਇਕੱਲੇ ਚੋਣਾਂ ਨਹੀਂ ਲੜਦੇ ਹਨ, ਸਗੋਂ ਸਰਕਾਰ ਵੀ ਬਣਾਉਂਦੇ ਹਨ, ਸਰਕਾਰ ਦੀ ਆਲੋਚਨਾ ਵੀ ਕਰਦੇ ਹਨ, ਲੋਕਾਂ ਅਤੇ ਸਰਕਾਰ ਵਿਚਕਾਰ ਕੜੀ ਦਾ ਕੰਮ ਵੀ ਕਰਦੇ ਹਨ। ਸੋ ਮਲਟੀ ਫੰਕਸ਼ਨ ਕਰਦੇ ਆ। ਸੋ ਇੱਕ ਸਟਰਕਚਰ ਦੀ ਆਪਾਂ ਗੱਲ ਕਰ ਰਹੇ ਹਾਂ, ਇੱਕ ਢਾਂਚਾ। ਰਾਜਨੀਤਿਕ ਦਲ ਗੈਰ ਰਸਮੀ ਢਾਂਚਾ ਹੈ ਰਾਜਨੀਤਿਕ ਪ੍ਰਣਾਲੀ ਦਾ, ਤਾਂ ਤੁਸੀਂ ਦੇਖ ਰਹੇ ਜੇ ਕਿ ਉਹ ਇੱਕ ਕੰਮ ਨਹੀਂ ਕਰ ਰਿਹਾ, ਉਹ ਮਲਟੀ ਫੰਕਸ਼ਨ ਕਰ ਰਿਹਾ। ਸੋ ਰਾਜਨੀਤਿਕ ਢਾਂਚਿਆਂ ਦੀ ਮਲਟੀ ਫੰਕਸ਼ਨੈਲਿਟੀ ਹੈ। ਇੱਕ ਢਾਂਚਾ ਇੱਕ ਕੰਮ ਨਹੀਂ ਕਰਦਾ ਹੈ, ਅਨੇਕਾਂ ਕੰਮ ਉਹਦੇ ਨਾਲ ਵੀ ਜੁੜੇ ਹੋਏ ਹਨ। ਸੋ ਪਿਆਰੇ ਵਿਦਿਆਰਥੀਓ, ਇਹ ਸਾਰੇ ਕੀ ਹਨ? ਰਾਜਨੀਤਿਕ ਪ੍ਰਣਾਲੀ ਦੀਆਂ ਕੀ ਹਨ? ਇਹ ਵਿਸ਼ੇਸ਼ਤਾਵਾਂ ਹਨ। ਤੇ ਸਭ ਤੋਂ ਵੱਡੀ ਗੱਲ, ਰਾਜਨੀਤਿਕ ਪ੍ਰਣਾਲੀ ਦੇ ਇੱਕ ਕੰਮ, ਰਾਜਨੀਤਿਕ ਪ੍ਰਣਾਲੀ ਦੀ ਸਰਵਵਿਆਪਕਤਾ ਹੈ। ਕਾਹਦੀ ਸਰਵਵਿਆਪਕਤਾ ਹੈ? ਰਾਜਨੀਤਿਕ ਪ੍ਰਣਾਲੀ ਦੇ ਕੰਮਾਂ ਦੀ ਵੀ ਸਰਵਵਿਆਪਕਤਾ ਹੈ। ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਰਾਜਨੀਤਿਕ ਪ੍ਰਣਾਲੀ ਸਿਰਫ ਨਿਵੇਸ਼ ਕਾਰਜ ਨਹੀਂ ਕਰਦੀ ਹੈ, ਸਗੋਂ ਨਿਕਾਸ ਕਾਰਜ ਵੀ ਕਰਦੀ ਹੈ। ਨਿਵੇਸ਼ ਕਾਰਜ ਤੇ ਨਿਕਾਸ ਕਾਰਜ, ਹੁਣ ਅਸੀਂ ਉਹਦੇ ਬਾਰੇ ਵਿੱਚ ਵਿਚਾਰ ਚਰਚਾ ਕਰਦੇ ਹਾਂ ਕਿ ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਕਾਰਜ ਕੀ ਹਨ ਤੇ ਨਿਕਾਸ ਕਾਰਜ ਕੀ ਹਨ। ਸੋ ਇਹਦੇ ਬਾਰੇ ਵਿੱਚ ਪਿਆਰੇ ਵਿਦਿਆਰਥੀਓ, ਸਾਡੇ ਕੋਲ ਦੋ ਮਾਡਲ ਹਨ। ਇੱਕ ਤੇ ਇਹ ਬਹੁਤ ਹੀ ਸਾਡੇ ਫੇਮਸ 20ਵੀਂ ਸਦੀ ਦੇ ਵਿਦਵਾਨ ਜਿਨ੍ਹਾਂ ਨੇ ਇਸ ਥਿਊਰੀ ਨੂੰ ਪਾਪੂਲਰਾਈਜ਼ ਕੀਤਾ, ਵਿਵਹਾਰਵਾਦ, ਬਿਹੇਵੀਅਰਿਜ਼ਮ, ਡੇਵਿਡ ਈਸਟਨ ਇਨਪੁਟ ਆਊਟਪੁੱਟ ਮਾਡਲ, ਤੇ ਦੂਸਰਾ ਹੈ ਸਾਡਾ ਆਲਮੰਡ ਦਾ। ਆਲਮੰਡ ਦੇ ਐਂਡ ਪਾਵਲ ਦੇ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕਾਰਜ ਉਹਨਾਂ ਵੱਖਰੇ ਦੱਸੇ ਹਨ, ਜਦੋਂ ਕਿ ਆਲਮੰਡ ਡੇਵਿਡ ਈਸਟਨ ਦੇ ਨੇ ਤੇ ਬੜੇ ਵਧੀਆ ਤਰੀਕੇ ਨਾਲ ਇਨਪੁਟ ਫੰਕਸ਼ਨ ਕੀ ਹਨ, ਆਊਟਪੁੱਟ ਫੰਕਸ਼ਨ ਕੀ ਹਨ, ਉਹਦੇ ਬਾਰੇ ਵਿੱਚ ਆਪਣੀ ਥਿਊਰੀ ਦੇ ਵਿੱਚ ਜ਼ਿਕਰ ਕੀਤਾ ਹੈ। ਉਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਹੁਣ। ਡੇਵਿਡ ਈਸਟਨ ਅਨੁਸਾਰ ਰਾਜਨੀਤਿਕ ਪ੍ਰਣਾਲੀ ਨਿਵੇਸ਼ਾਂ ਅਤੇ ਨਿਕਾਸਾਂ ਵਿਚਕਾਰ ਗੂੜਾ ਸੰਬੰਧ ਹੈ। ਨਿਵੇਸ਼ਾਂ ਦੇ ਰੂਪ ਵਿੱਚ ਰਾਜਨੀਤਿਕ ਪ੍ਰਣਾਲੀ ਜਿਹੜੇ ਫੈਸਲੇ ਕਰਦੀ ਹੈ ਉਹ ਮੁੜ ਨਿਵੇਸ਼ਾਂ ਲਈ ਕੱਚੇ ਮਾਲ ਦਾ ਰੂਪ ਧਾਰਨ ਕਰ ਲੈਂਦੇ ਹਨ। ਸੋ ਇਹਦੇ ਬਾਰੇ ਵਿੱਚ ਅਸੀਂ ਰਾਜਨੀਤਿਕ ਪ੍ਰਣਾਲੀ ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ ਬਾਰੇ ਗੱਲ ਕਰਨ ਤੋਂ ਪਹਿਲਾਂ ਡੇਵਿਡ ਈਸਟਨ ਦੇ ਅਨੁਸਾਰ ਨਿਵੇਸ਼ ਕਾਰਜ ਕੀ ਹਨ, ਨਿਕਾਸ ਕਾਰਜ ਕੀ ਹਨ, ਉਹਨਾਂ ਬਾਰੇ ਵਿੱਚ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰਨ ਲੱਗਾ। ਨਿਵੇਸ਼ ਕਾਰਜ ਡੇਵਿਡ ਈਸਟਨ ਦੇ ਵਿਚਾਰ ਅਨੁਸਾਰ ਜਿਵੇਂ ਕਿ ਇੱਕ ਖੰਡ ਮਿੱਲ ਨੂੰ ਚਲਾਉਣ ਦੇ ਲਈ ਉਸਨੂੰ ਗੰਨਾ, ਬਿਜਲੀ, ਤੇਲ, ਪਾਣੀ ਅਤੇ ਕੱਚਾ ਮਾਲ ਚਾਹੀਦਾ ਹੈ, ਇਸੇ ਤਰ੍ਹਾਂ ਰਾਜਨੀਤਿਕ ਪ੍ਰਣਾਲੀ ਨੂੰ ਵੀ ਨਿਵੇਸ਼ਾਂ ਦੇ ਰੂਪ ਵਿੱਚ ਕੱਚਾ ਮਾਲ ਸਪਲਾਈ ਕਰਨਾ ਪੈਂਦਾ ਹੈ। ਡੇਵਿਡ ਈਸਟਨ ਅਨੁਸਾਰ ਨਿਵੇਸ਼ਾਂ ਨੂੰ ਆਪਾਂ ਦੋ ਹਿੱਸਿਆਂ 'ਚ ਵੰਡਦੇ ਹਾਂ, ਮੰਗਾਂ ਦੇ ਰੂਪ ਵਿੱਚ ਨਿਵੇਸ਼ ਅਤੇ ਸਮਰਥਨ ਦੇ ਰੂਪ ਵਿੱਚ ਨਿਵੇਸ਼। ਮੰਗਾਂ ਵੀ ਜਿਹੜੇ ਲੋਕਾਂ ਦੀਆਂ ਮੰਗਾਂ ਸਰਕਾਰ ਤੱਕ ਜਾਂਦੀਆਂ ਹਨ, ਲੋਕੀ ਕੀ ਚਾਹੁੰਦੇ ਹਨ ਸਰਕਾਰ ਕੋਲ, ਰਾਜਨੀਤਿਕ ਪ੍ਰਣਾਲੀ ਤੋਂ ਕੀ ਡਿਮਾਂਡ ਕਰਦੇ ਹਨ। ਜਿਵੇਂ ਕਿ ਮੰਗਾਂ ਦੇ ਰੂਪ ਵਿੱਚ ਨਿਵੇਸ਼, ਵਸਤੂਆਂ ਅਤੇ ਸੇਵਾਵਾਂ ਦੀ ਵੰਡ ਦੀ ਮੰਗ ਲੋਕੀ ਕਰਦੇ ਹਨ।
ਇਸੇ ਤਰ੍ਹਾਂ ਮੰਗ ਹੈ ਵਿਵਹਾਰ ਨੂੰ ਨਿਯਮਤ ਕਰਨ ਦੀ ਮੰਗ ਹੈ, ਰਾਜਨੀਤਿਕ ਪ੍ਰਣਾਲੀ ਵਿੱਚ ਭਾਗ ਲੈਣ ਦੀ ਮੰਗ ਹੈ। ਹਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਮੈਂ ਵੋਟ ਦਾ ਅਧਿਕਾਰ ਦਾ ਪ੍ਰਯੋਗ ਕਰਾਂ ਜਾਂ ਰਾਜਨੀਤੀ ਵਿੱਚ ਵੀ ਭਾਗ ਲਵਾਂ। ਸੰਚਾਰ ਅਤੇ ਸੂਚਨਾ ਦੀ ਮੰਗ, ਹਰ ਵਿਅਕਤੀ ਨੂੰ ਇੱਛਾ ਹੈ ਕਿ ਮੈਨੂੰ ਸਰਕਾਰ ਦੇ ਕੰਮਾਂ ਬਾਰੇ ਪਤਾ ਲੱਗੇ ਜਾਂ ਸਰਕਾਰ ਨੂੰ ਮੇਰੇ ਬਾਰੇ ਅਸੀਂ ਪਬਲਿਕ ਕੀ ਚਾਹੁੰਦੀ ਹੈ ਉਹਦੇ ਬਾਰੇ ਪਤਾ ਲੱਗੇ। ਸੋ ਇਹ ਸਾਰੀਆਂ ਮੰਗਾਂ ਅਸੀਂ ਰਾਜਨੀਤਿਕ ਪ੍ਰਣਾਲੀ ਅੱਗੇ ਰੱਖਦੇ ਹਾਂ। ਜਿਵੇਂ ਕਿ ਅੱਜ ਕੱਲ੍ਹ ਦੇ ਮੈਂ ਹੁਣੇ ਗੱਲ ਕੀਤੀ ਹੈ ਕਿ ਜੇਕਰ ਅੱਜ ਮਹਾਮਾਰੀ ਫੈਲੀ ਹੋਈ ਹੈ ਕਰੋਨਾ, ਅਤੇ ਉਹਦੇ ਵਿੱਚ ਤਾਂ ਅਸੀਂ ਦੇਖ ਰਹੇ ਹਾਂ ਕਿ ਸਾਡੀਆਂ ਰਾਜਨੀਤਿਕ ਪ੍ਰਣਾਲੀ ਪ੍ਰਤੀ ਸਰਕਾਰ ਪ੍ਰਤੀ ਮੰਗਾਂ ਬਹੁਤ ਸਾਰੀਆਂ ਵੱਧ ਗਈਆਂ ਹਨ। ਸੋ ਇਹ ਸਾਰੀਆਂ ਮੰਗਾਂ ਲੋਕੀ ਕੀ ਚਾਹੁੰਦੇ ਹਨ, ਇਹ ਰਾਜਨੀਤਿਕ ਪ੍ਰਣਾਲੀ ਜੱਜ ਕਰਦੀ ਰਹਿੰਦੀ ਹੈ। ਸੋ ਕੋਈ ਵੀ ਰਾਜਨੀਤਿਕ ਪ੍ਰਣਾਲੀ ਸਫਲ ਉਹ ਮੰਨੀ ਜਾਂਦੀ ਹੈ ਜਿਹੜੀ ਕਿ ਲੋਕਾਂ ਦੇ ਪਬਲਿਕ ਓਪੀਨੀਅਨ ਅਨੁਸਾਰ ਕੰਮ ਕਰਦੀ ਹੈ। ਸੋ ਆਪਾਂ ਡੇਵਿਡ ਈਸਟਨ ਦੇ ਬਾਰੇ ਗੱਲ ਕਰ ਰਹੇ ਸੀ ਕਿ ਉਹਨਾਂ ਦੇ ਮੁਤਾਬਕ ਜਿਹੜੀਆਂ ਮੰਗਾਂ ਸਰਕਾਰ ਅੱਗੇ ਜਾਂ ਪੋਲੀਟੀਕਲ ਸਿਸਟਮ ਅੱਗੇ ਲੋਕੀ ਰੱਖਦੇ ਹਨ ਉਹਨੂੰ ਨਿਵੇਸ਼ ਮੰਨ ਲਿਆ ਗਿਆ ਹੈ, ਅਤੇ ਉਹਨਾਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਜਿਹੜੇ ਵੀ ਫੈਸਲੇ ਕਰਦੀ ਹੈ ਜਾਂ ਜਿਹੜੀਆਂ ਵੀ ਨੀਤੀਆਂ ਬਣਾਉਂਦੀ ਹੈ ਉਹਨਾਂ ਨੂੰ ਡੇਵਿਡ ਈਸਟਨ ਨੇ ਨਿਕਾਸ ਕਾਰਜ ਆਊਟਪੁੱਟ ਫੰਕਸ਼ਨ ਦਾ ਨਾਂ ਦਿੱਤਾ ਹੈ। ਪਿਆਰੇ ਵਿਦਿਆਰਥੀ, ਇੱਕ ਗੱਲ ਹੋਰ ਬੜੀ ਵਧੀਆ ਸਮਝਣ ਵਾਲੀ ਆ ਕਿ ਤੁਸੀਂ ਦੇਖਿਆ ਹੋਣਾ ਕਿ ਘਰਾਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ TV ਹੁੰਦੇ ਸੀ ਅਤੇ ਉਹਦੇ ਨਾਲ ਸਟੈਬਲਾਈਜ਼ਰ ਅਸੀਂ ਯੂਜ ਕਰਦੇ ਸੀ ਜਾਂ ਫਰਿੱਜਾਂ ਦੇ ਨਾਲ ਯੂਜ ਕਰਦੇ ਸੀ, ਅਤੇ ਉਹਦੇ ਉੱਪਰ ਤੁਸੀਂ ਸਟੈਬਲਾਈਜ਼ਰ ਉੱਪਰ ਤੁਸੀਂ ਦੇਖਦੇ ਜੇ ਵੀ ਇਨਪੁੱਟ ਅਤੇ ਆਊਟਪੁੱਟ ਦਾ ਫੰਕਸ਼ਨ ਹੁੰਦਾ ਸੀ। ਇਨਪੁੱਟ ਮੀਨਸ ਜਿੰਨੀ ਬਿਜਲੀ ਦੀ ਸਪਲਾਈ ਪਿੱਛੋਂ ਆ ਰਹੀ ਆ, ਅਤੇ ਆਊਟਪੁੱਟ ਕੀ ਸੀ ਕਿ ਉਸ ਨੂੰ ਉਹ ਸਟੈਬਲਾਈਜ਼ਰ ਵਧਾ ਕੇ ਜਿਹੜੀ ਬਿਜਲੀ ਅੱਗੇ ਸਪਲਾਈ ਦੇ ਰਿਹਾ। ਸੋ ਇਹ ਵੀ ਗੱਲ ਉਹੀ ਆ ਕਿ ਰਾਜਨੀਤਿਕ ਪ੍ਰਣਾਲੀ ਦੀਆਂ ਜੇਕਰ ਨਿਵੇਸ਼ ਅਤੇ ਨਿਕਾਸ ਕਾਰਜਾਂ ਨੂੰ ਤੁਸੀਂ ਸਮਝਣਾ ਵਾ ਤਾਂ ਡੇਵਿਡ ਈਸਟਨ ਦਾ ਇੱਕ ਬੜਾ ਵਧੀਆ ਮਾਡਲ ਹੈ ਫੀਡਬੈਕ ਲੂਪ ਮੈਕੈਨਿਜ਼ਮ, ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ, ਜਿਹਦੇ ਵਿੱਚ ਡੇਵਿਡ ਈਸਟਨ ਜੀ ਨੇ ਗੱਲ ਕੀਤੀ ਹੈ ਕਿ ਇਨਪੁੱਟ ਮੰਗਾਂ ਦੇ ਰੂਪ ਵਿੱਚ ਜਾਂ ਸਰਕਾਰ ਨੂੰ ਅਸੀਂ ਜੋ ਸਮਰਥਨ ਕਰਦੇ ਹਾਂ, ਸਰਕਾਰ ਨੂੰ ਟੈਕਸ ਪੇ ਕਰਦੇ ਹਾਂ ਜਾਂ ਸਰਕਾਰ ਦੀ ਅਸੀਂ ਨਿਯਮਾਂ ਦੀ ਪਾਲਣਾ ਕਰਦੇ ਹਾਂ, ਇੱਕ ਤਰ੍ਹਾਂ ਦਾ ਸਾਡਾ ਸਰਕਾਰ ਨੂੰ ਸਮਰਥਨ ਹੈ। ਜੇਕਰ ਅੱਜ ਕੱਲ੍ਹ ਸਰਕਾਰ ਨੇ ਤੁਸੀਂ ਦੇਖ ਰਹੇ ਜੇ ਕਿ ਮਹਾਮਾਰੀ ਨੂੰ ਰੋਕਣ ਦੇ ਲਈ ਬੜੇ ਲੰਬੇ ਸਮੇਂ ਤੋਂ ਲਾਕਡਾਊਨ ਕੀਤਾ ਹੋਇਆ ਹੈ, ਕਰਫਿਊ ਵੀ ਚੱਲ ਰਿਹਾ ਹੈ, ਪਰ ਅਸੀਂ ਸਰਕਾਰ ਦਾ ਸਮਰਥਨ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ ਕਿ ਸਾਨੂੰ ਪਤਾ ਹੈ ਕਿ ਰਾਜਨੀਤਿਕ ਪ੍ਰਣਾਲੀ ਸਾਡੇ ਲਈ ਕੰਮ ਕਰ ਰਹੀ ਹੈ, ਸਰਕਾਰ ਸਾਡੇ ਭਲੇ ਲਈ ਕੰਮ ਕਰ ਰਹੀ ਹੈ, ਇਸ ਮਹਾਮਾਰੀ ਨੂੰ ਕੰਟਰੋਲ ਦੇ ਲਈ ਕੰਮ ਕਰ ਰਹੀ ਹੈ। ਸੋ ਇਹ ਗੱਲਾਂ ਨੂੰ ਜੇਕਰ ਤੁਸੀਂ ਇਹਦੇ ਨਾਲ ਜੋੜੋ ਤਾਂ ਇਹ ਤੋਂ ਕਲੀਅਰ ਹੈ ਕਿ ਸਾਡੀਆਂ ਮੰਗਾਂ ਸਰਕਾਰ ਤੱਕ ਜਾ ਰਹੀਆਂ ਹਨ, ਸਰਕਾਰ ਦੇ ਫੈਸਲੇ ਸਾਡੇ ਤੱਕ ਆ ਰਹੇ ਹਨ। ਸੋ ਇਹ ਇਨਪੁੱਟ ਹੈ, ਮੰਗਾਂ ਅਤੇ ਸਮਰਥਨ ਕੀ ਹੈ, ਇਨਪੁੱਟ ਹੈ। ਅਤੇ ਜਿਹੜੀਆਂ ਮੰਗਾਂ ਸਰਕਾਰ ਸਾਡੀਆਂ ਮੰਨ ਲੈਂਦੀ ਹੈ ਉਹ ਕਨਵਰਟ ਹੋ ਕੇ ਕੱਚ ਬਣ ਜਾਂਦੀਆਂ ਹਨ, ਸਰਕਾਰ ਉਹਨੂੰ ਨੀਤੀਆਂ ਬਣਾ ਦਿੰਦੀ ਹੈ, ਨਿਰਣੇ ਬਣਾ ਦਿੰਦੀ ਹੈ। ਪਰ ਇੱਕ ਗੱਲ ਨੋਟ ਕਰਨ ਵਾਲੀ ਹੈ, ਸਾਰੀਆਂ ਮੰਗਾਂ ਸਰਕਾਰ ਸਾਡੀਆਂ ਨਹੀਂ ਮੰਨਦੀ। ਕਿਉਂ ਨਹੀਂ ਮੰਨਦੀ? ਕਿਉਂਕਿ ਸਰਕਾਰ ਨੇ, ਪੋਲੀਟੀਕਲ ਸਿਸਟਮ ਨੇ ਇਹ ਵੀ ਦੇਖਣਾ ਵਾ ਕਿ ਉਹਦੀ ਕੈਪੈਸਿਟੀ ਕੀ ਹੈ। ਅੱਜ ਦੇਸ਼ ਦੇ 130 ਕਰੋੜ ਲੋਕਾਂ ਨੂੰ ਸਰਕਾਰ ਰੁਜ਼ਗਾਰ, ਗੌਰਮੈਂਟ ਜੋਬ ਨਹੀਂ ਦੇ ਸਕਦੀ। ਸੋ ਜਿਹੜੀਆਂ ਮੰਗਾਂ ਮੰਨੀਆਂ ਜਾਂਦੀਆਂ ਹਨ, ਮੰਗਾਂ ਉਹ ਮੰਨੀਆਂ ਜਾਂਦੀਆਂ ਹਨ ਜਿਹੜੀਆਂ ਸਾਂਝੀਆਂ ਹਨ, ਉਹਨਾਂ ਨੂੰ ਮੰਗਾਂ ਮੰਨਣ ਦੇ ਰੂਪ ਵਿੱਚ ਨਿਰਣੇ ਬਣ ਜਾਂਦੇ ਹਨ, ਨੀਤੀਆਂ ਬਣ ਜਾਂਦੀਆਂ ਹਨ। ਉਹ ਇਨਪੁੱਟ ਮੰਗਾਂ, ਆਊਟਪੁੱਟ ਫੈਸਲੇ ਸਰਕਾਰ ਦੇ, ਇਹਨੂੰ ਇਨਪੁੱਟ ਆਊਟਪੁੱਟ, ਤੇ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਵਾਪਸ ਮੁੜ ਕੇ ਫੀਡਬੈਕ ਹੋ ਕੇ ਇਨਪੁੱਟ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਪੋਲੀਟੀਕਲ ਸਿਸਟਮ ਸਾਡਾ ਵਰਕ ਕਰਦਾ ਹੈ, ਇਨਪੁੱਟ ਤੋਂ ਆਊਟਪੁੱਟ, ਆਊਟਪੁੱਟ ਤੋਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹਨ ਉਹ ਫਿਰ ਇਨਪੁੱਟ ਬਣ ਜਾਂਦੀਆਂ ਹਨ। ਸੋ ਇਹ ਪੋਲੀਟੀਕਲ ਸਿਸਟਮ ਇਟ ਇਜ਼ ਅ ਕੰਟੀਨਿਊਅਸ ਪ੍ਰੋਸੈਸ। ਡੇਵਿਡ ਈਸਟਨ ਦੇ ਅਨੁਸਾਰ ਇਹ ਲਗਾਤਾਰ ਚੱਲਦੀ ਰਹਿੰਦੀ ਹੈ। ਸੋ ਪਿਆਰੇ ਵਿਦਿਆਰਥੀਓ, ਸੋ ਡੇਵਿਡ ਈਸਟਨ ਦਾ ਇਹ ਮਾਡਲ ਬਹੁਤ ਹੀ ਪਿਆਰਾ ਮਾਡਲ ਹੈ ਜਿੱਥੋਂ ਅਸੀਂ ਪੋਲੀਟੀਕਲ ਸਿਸਟਮ ਨੂੰ ਬੜੇ ਹੀ ਆਸਾਨੀ ਦੇ ਨਾਲ ਸਮਝ ਰਹੇ ਹਾਂ। ਇਸ ਤੋਂ ਬਾਅਦ ਵਿਦਿਆਰਥੀਓ, ਡੇਵਿਡ ਈਸਟਨ ਦੇ ਮੁਤਾਬਕ ਜੇਕਰ ਤੁਹਾਨੂੰ ਸਵਾਲ ਆਉਂਦਾ ਪੇਪਰਾਂ ਦੇ ਵਿੱਚ ਕਿ ਡੇਵਿਡ ਈਸਟਨ ਦੇ ਅਨੁਸਾਰ ਇਨਪੁੱਟ ਤੇ ਆਊਟਪੁੱਟ ਮਾਡਲ ਜਾਂ ਫੀਡਬੈਕ ਲੂਪ ਮੈਕੈਨਿਜ਼ਮ ਕੀ ਹੈ, ਤਾਂ ਤੁਸੀਂ ਇਸ ਮਾਡਲ ਨੂੰ ਬੜੇ ਆਸਾਨੀ ਦੇ ਨਾਲ ਐਗਜ਼ਾਮਪਲ ਦੇ ਨਾਲ ਵੀ ਸਮਝਾ ਸਕਦੇ ਜੇ ਕਿ ਕੱਚਾ ਮਾਲ ਮੁੜ ਦੇਣ ਦੀ ਲੂਪ ਪ੍ਰਕਿਰਿਆ ਕੀ ਹੈ, ਡੇਵਿਡ ਈਸਟਨ ਦਾ ਇਨਪੁੱਟ ਆਊਟਪੁੱਟ ਮਾਡਲ ਕੀ ਹੈ। ਇਸੇ ਹੀ ਤਰ੍ਹਾਂ ਡੇਵਿਡ ਈਸਟਨ ਦੇ ਨਾਲ ਹੀ ਆਲਮੰਡ ਤੇ ਪਾਵਲ ਦੀ ਹੁਣ ਗੱਲ ਕਰਨ ਲੱਗੇ ਹਾਂ। ਡੇਵਿਡ ਈਸਟਨ ਨੇ ਇਨਪੁੱਟ ਆਊਟਪੁੱਟ ਮਾਡਲ ਦਿੱਤਾ ਪੋਲੀਟੀਕਲ ਸਿਸਟਮ ਦੇ ਕਾਰਜਾਂ ਦਾ। ਆਲਮੰਡ ਦੇ ਅਨੁਸਾਰ ਰਾਜਨੀਤਿਕ ਪ੍ਰਣਾਲੀ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਦੀ ਹੈ
ਪਰ ਉਹਨਾਂ ਨੇ ਕਾਰਜਾਂ ਨੂੰ, ਨਿਵੇਸ਼ ਕਾਰਜਾਂ ਨੂੰ 4 ਹਿੱਸਿਆਂ 'ਚ ਵੰਡਿਆ ਹੈ ਤੇ ਨਿਕਾਸ ਕਾਰਜਾਂ ਨੂੰ ਉਹਨਾਂ ਨੇ 3 ਹਿੱਸਿਆਂ 'ਚ ਵੰਡਿਆ ਹੈ। ਨਿਵੇਸ਼ ਕਾਰਜ ਕੀ ਹਨ? ਹੁਣ ਆਲਮੰਡ ਦੇ ਅਨੁਸਾਰ ਰਾਜਨੀਤਿਕ ਸਮਾਜੀਕਰਨ ਅਤੇ ਭਰਤੀ ਸਭ ਤੋਂ ਪਹਿਲੇ ਨੰਬਰ 'ਤੇ। ਜਿੰਨਾ ਵੀ ਰਾਜਨੀਤਿਕ ਸਮਾਜੀਕਰਨ, ਇਹ ਵੀ ਇੱਕ ਕੰਟੀਨਿਊਸਲੀ ਪ੍ਰੋਸੈਸ ਹੈ ਪੋਲੀਟੀਕਲ ਸਿਸਟਮ ਦੇ ਵਿੱਚ, ਜਿਹਦੇ ਵਿੱਚ ਰਾਜਨੀਤਿਕ ਸਮਾਜੀਕਰਨ ਉਹ ਵਿਧੀ ਹੈ ਜਿਸ ਰਾਹੀਂ ਰਾਜਨੀਤਿਕ ਸੱਭਿਆਚਾਰ ਨੂੰ ਕਾਇਮ ਰੱਖਿਆ ਜਾਂਦਾ ਹੈ ਜਾਂ ਬਦਲਿਆ ਜਾਂਦਾ ਹੈ। ਭਾਵ ਮਤਲਬ ਕੀ ਹੈ ਕਿ ਲੋਕੀ ਕੀ ਚਾਹੁੰਦੇ ਹਨ, ਲੋਕਾਂ ਦੀ ਕਦਰਾਂ ਕੀਮਤਾਂ ਕੀ ਹਨ ਸਰਕਾਰ ਪ੍ਰਤੀ, ਲੋਕਾਂ ਦੀ ਸੋਚ ਕੀ ਹੈ, ਲੋਕਾਂ ਦੀ ਪਬਲਿਕ ਓਪੀਨੀਅਨ ਕੀ ਹੈ। ਇਹ ਵੀ ਇੱਕ ਕੰਟੀਨਿਊਸ ਪ੍ਰੋਸੈਸ ਹੈ ਰਾਜਨੀਤਿਕ ਸਮਾਜੀਕਰਨ, ਜਿਹੜੀ ਕਿ ਲਗਾਤਾਰ ਆਲਮੰਡ ਦੇ ਅਨੁਸਾਰ ਚੱਲਦੀ ਰਹਿੰਦੀ ਹੈ। ਤਾਂ ਤੁਸੀਂ ਦੇਖਦੇ ਹੋ ਜੇ ਗੌਰਮੈਂਟ ਆਪਣੀਆਂ ਪ੍ਰਾਪਤੀਆਂ ਦਾ ਲਗਾਤਾਰ ਪ੍ਰਚਾਰ TV ਦੇ ਰਾਹੀਂ, ਰੇਡੀਓ ਦੇ ਰਾਹੀਂ, ਇਲੈਕਟ੍ਰੋਨਿਕ ਮੀਡੀਆ ਰਾਹੀਂ ਕਰਦੇ ਰਹਿੰਦੀ ਹੈ, ਤੇ ਨਾਲ ਦੇ ਨਾਲ ਜਿੱਥੇ ਜਿੱਥੇ ਉਹਨਾਂ ਦੀਆਂ ਆਪਣੀਆਂ ਅਸਾਮੀਆਂ ਖਾਲੀ ਹੋ ਜਾਂਦੀਆਂ ਹਨ ਉਹਨਾਂ ਨੂੰ ਸਰਕਾਰ ਭਰਦੀ ਰਹਿੰਦੀ ਹੈ। ਇਸ ਤੋਂ ਬਾਅਦ ਹਿੱਤ ਸਪਸ਼ਟੀਕਰਨ ਤੇ ਹਿੱਤ ਸਮੂਹੀਕਰਨ, ਇਹ ਮੈਂ ਇਕੱਠੀ ਗੱਲ ਕਰ ਰਿਹਾ ਹਾਂ। ਹਿੱਤ ਸਮੂਹੀਕਰਨ ਤੋਂ ਭਾਵ ਆ ਕਿ ਜਿੰਨੀਆਂ ਵੀ ਲੋਕਾਂ ਦੀਆਂ ਮੰਗਾਂ ਹਨ, ਪਬਲਿਕ ਦੀਆਂ ਮੰਗਾਂ ਹਨ, ਉਹਨਾਂ ਨੂੰ ਸਮੂਹੀਕਰਨ ਕੀਤਾ ਜਾਂਦਾ ਹੈ, ਇਕੱਠਾ ਕੀਤਾ ਜਾਂਦਾ ਹੈ। ਫਿਰ ਉਹਨਾਂ ਨੂੰ ਨਿਰਣਾ ਨਿਰਮਾਣ ਪ੍ਰਕਿਰਿਆ, ਪੋਲੀਟੀਕਲ ਸਿਸਟਮ ਗੌਰਮੈਂਟ ਦੇ ਅੱਗੇ ਰੱਖਿਆ ਜਾਂਦਾ ਹੈ। ਜਿਹਨੇ ਡਿਸੀਜਨ ਮੇਕਿੰਗ ਕਰਨੀ ਆ, ਉਹਨਾਂ ਮੰਗਾਂ ਨੂੰ ਇਕੱਠਾ ਕਰਕੇ ਇੱਕ ਸਾਂਝੀ ਨੀਤੀ ਬਣਾਈ ਜਾਂਦੀ ਹੈ। ਗੱਲ ਡੇਵਿਡ ਈਸਟਨ ਵਾਲੀ ਹੈ, ਪਰ ਥੋੜ੍ਹਾ ਜਿਹਾ ਇਹਨਾਂ ਨੇ ਚੇਂਜ ਕਰ ਦਿੱਤਾ ਹੈ। ਉਹ ਹਿੱਤ ਸਪਸ਼ਟੀਕਰਨ ਸ਼ਬਦ ਵਰਤ ਲਿਆ ਹੈ। ਮੰਗਾਂ ਨੂੰ ਸਮੂਹੀਕਰਨ, ਸਮੂਹੀਕਰਨ ਤੋਂ ਬਾਅਦ ਉਹਨਾਂ ਦਾ ਸਪਸ਼ਟੀਕਰਨ, ਮਤਲਬ ਇੰਟਰਸਟ ਆਰਟੀਕੂਲੇਸ਼ਨ ਤੇ ਇੰਟਰਸਟ ਐਗਰੀਗੇਸ਼ਨ। ਸੋ ਇਹ ਇੱਕ ਪ੍ਰਕਿਰਿਆ ਹੈ ਜਿਹੜੀ ਕਿ ਹਰ ਇੱਕ ਪੋਲੀਟੀਕਲ ਸਿਸਟਮ ਦੇ ਵਿੱਚ ਪਾਈ ਜਾਂਦੀ ਹੈ, ਭਾਵੇਂ ਕੋਈ ਵੀ ਹੋਵੇ, ਕੋਈ ਦੇਸ਼ ਗਰੀਬ ਵਾ ਭਾਵੇਂ ਅਮੀਰ ਵਾ, ਹਰ ਜਗ੍ਹਾ ਪੋਲੀਟੀਕਲ ਸਿਸਟਮ ਪਾਇਆ ਜਾਂਦਾ ਹੈ। ਸੋ ਇਹ ਸਾਰੀ ਪ੍ਰੋਸੈਸ ਕੀ ਹੈ? ਰਾਜਨੀਤਿਕ ਸਮਾਜੀਕਰਨ, ਭਰਤੀ ਨਿਵੇਸ਼ ਕਾਰਜ ਹੈ, ਹਿੱਤ ਸਪਸ਼ਟੀਕਰਨ ਵੀ ਨਿਵੇਸ਼ ਕਾਰਜ ਹੈ, ਹਿੱਤਾਂ ਦਾ ਸਮੂਹੀਕਰਨ ਕਰਨਾ ਵੀ ਨਿਵੇਸ਼ ਕਾਰਜ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਚੌਥੇ ਨੰਬਰ ਤੇ ਆਲਮੰਡ ਜੀ ਕਹਿ ਰਹੇ ਹਨ ਰਾਜਨੀਤਿਕ ਸੰਚਾਰ, ਪੋਲੀਟੀਕਲ ਕਮਿਊਨੀਕੇਸ਼ਨ। ਕਿਸੇ ਵੀ ਲੋਕਤੰਤਰ ਦੀ ਸਫਲਤਾ ਲਈ ਪੋਲੀਟੀਕਲ ਸੰਚਾਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਪੋਲੀਟੀਕਲ ਸੰਚਾਰ, ਰਾਜਨੀਤਿਕ ਸੰਚਾਰ ਤੋਂ ਬਗੈਰ ਪੋਲੀਟੀਕਲ ਸਿਸਟਮ ਫੇਲ ਹੋ ਜਾਏਗਾ। ਲੋਕੀ ਕੀ ਚਾਹੁੰਦੇ ਹਨ ਸਰਕਾਰ ਨੂੰ ਨਹੀਂ ਪਤਾ ਲੱਗੇਗਾ, ਸਰਕਾਰ ਕੀ ਕਰ ਰਹੀ ਹੈ ਲੋਕਾਂ ਨੂੰ ਨਹੀਂ ਪਤਾ ਲੱਗੇਗਾ, ਤਾਂ ਜ਼ਰੂਰ ਹੀ ਇੱਕ ਦਿਨ ਬਗਾਵਤ ਹੋ ਜਾਏਗੀ। ਸੋ ਹਰ ਇੱਕ ਪੋਲੀਟੀਕਲ ਸਿਸਟਮ ਇਸ ਚੀਜ਼ ਨੂੰ ਬਹੁਤ ਹੀ ਅਵੇਅਰ ਹੈ ਕਿ ਰਾਜਨੀਤਿਕ ਸੰਚਾਰ ਲੋਕਾਂ ਨਾਲ ਕਦੀ ਨਹੀਂ ਤੋੜਦੇ। ਇਸੇ ਕਰਕੇ ਗੌਰਮੈਂਟ, ਭਾਵੇਂ ਸੈਂਟਰ ਗੌਰਮੈਂਟ ਹੈ ਭਾਵੇਂ ਸਟੇਟ ਗੌਰਮੈਂਟ ਹੈ, ਉਹਨਾਂ ਵੱਲੋਂ ਪਬਲਿਕ ਰਿਲੇਸ਼ਨ ਡਿਪਾਰਟਮੈਂਟ, ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਡਿਪਾਰਟਮੈਂਟ ਦਾ ਕੰਮ ਹੀ ਹੈ ਕਿ ਲਗਾਤਾਰ ਲੋਕਾਂ ਦੇ ਨਾਲ ਸੰਪਰਕ ਬਣਾਈ ਰੱਖਣਾ ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਉਸ ਤੋਂ ਬਾਅਦ ਆ ਜਾਂਦੇ ਆਊਟਪੁੱਟ ਫੰਕਸ਼ਨ। ਆਊਟਪੁੱਟ ਫੰਕਸ਼ਨ ਰੂਲ ਮੇਕਿੰਗ ਫੰਕਸ਼ਨ, ਰੂਲ ਐਪਲੀਕੇਸ਼ਨ ਫੰਕਸ਼ਨ ਤੇ ਰੂਲ ਐਡਜੂਡੀਕੇਸ਼ਨ ਫੰਕਸ਼ਨ। ਨਿਯਮ ਨਿਰਮਾਣ ਕਾਰਜ, ਨਿਯਮਾਂ ਨੂੰ ਲਾਗੂ ਕਰਨ ਦਾ ਕਾਰਜ ਤੇ ਨਿਯਮਾਂ ਅਨੁਸਾਰ ਫੈਸਲੇ ਕਰਨ ਦਾ ਕਾਰਜ। ਇਹ ਤਿੰਨੇ ਕਾਰਜ ਸਰਕਾਰ ਦੇ 3 ਅੰਗ ਕਰਦੇ ਹਨ। ਨਿਯਮਾਂ ਦਾ ਨਿਰਮਾਣ ਦਾ ਕਾਰਜ, ਪਿਆਰੇ ਵਿਦਿਆਰਥੀਓ, ਅਸੀਂ ਛੋਟੀਆਂ ਜਮਾਤਾਂ ਤੋਂ ਪੜ੍ਹਦੇ ਆ ਰਹੇ ਹਾਂ, ਵਿਧਾਨ ਪਾਲਿਕਾ ਦਾ ਕੰਮ ਹੈ। ਨਿਯਮਾਂ ਨੂੰ ਲਾਗੂ ਕਰਨ ਦਾ ਕਾਰਜ ਕਾਰਜਪਾਲਿਕਾ ਦਾ ਕੰਮ ਹੈ, ਤੇ ਨਿਯਮਾਂ ਦੇ ਅਨੁਸਾਰ ਫੈਸਲੇ ਕਰਨ ਦਾ ਕੰਮ ਕਿਹਦਾ ਹੈ? ਨਿਆਂਪਾਲਿਕਾ ਦਾ ਕੰਮ ਹੈ। ਸਰਕਾਰ ਦੇ 3 ਅੰਗ ਹਨ। ਸੋ ਪਿਆਰੇ ਵਿਦਿਆਰਥੀਓ, ਇੱਥੇ ਗੱਲ ਮੈਂ ਬਹੁਤ ਹੀ ਤੁਹਾਨੂੰ ਮਹੱਤਵਪੂਰਨ ਦੱਸਣੀ ਚਾਹਾਂਗਾ ਕਿ ਸਰਕਾਰ ਦੇ ਜਿਹੜੇ ਰਸਮੀ ਅੰਗ ਹਨ ਉਹ ਵਿਧਾਨ ਪਾਲਿਕਾ ਹੈ, ਕਾਰਜਪਾਲਿਕਾ, ਨਿਆਂਪਾਲਿਕਾ ਹੈ। ਇਹ ਸਰਕਾਰ ਦੇ ਡਿਸੀਜਨ ਮੇਕਿੰਗ ਪ੍ਰੋਸੈਸ ਉਹਨੂੰ ਲਾਗੂ ਕਰਨ 'ਚ ਕੰਮ ਕਰਦੇ ਹਨ। ਪਰ ਜਿਹੜੇ ਪੋਲੀਟੀਕਲ ਸਿਸਟਮ ਦੇ ਨਿਵੇਸ਼ ਕਾਰਜ ਹਨ ਉਹ ਰਸਮੀ ਤੱਤ ਵੀ ਕਰਦੇ ਹਨ ਤੇ ਗੈਰ ਰਸਮੀ ਤੇ ਬਹੁਤ ਵੱਡੇ ਪੱਧਰ ਤੇ ਕਰਦੇ ਹਨ। ਜਿਵੇਂ ਕਿ ਅਸੀਂ ਗੱਲ ਕੀਤੀ ਹੈ ਰਾਜਨੀਤਿਕ ਸਮਾਜੀਕਰਨ ਦਾ ਕਾਰਜ, ਰਾਜਨੀਤਿਕ ਸੰਚਾਰ ਦਾ ਕਾਰਨ ਸਾਡਾ ਮੀਡੀਆ ਹੈ, ਇਲੈਕਟ੍ਰੋਨਿਕ ਮੀਡੀਆ ਹੈ, ਸੋਸ਼ਲ ਮੀਡੀਆ ਦਾ ਅੱਜ ਤੇ ਬਹੁਤ ਵੱਡਾ ਯੋਗਦਾਨ ਹੈ ਗੌਰਮੈਂਟ ਦੀਆਂ ਗੱਲਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਤੇ ਸਰਕਾਰ ਦੀਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ, ਨਿਰਣਿਆਂ ਨੂੰ, ਫੈਸਲਿਆਂ ਨੂੰ। ਸੋ ਪਿਆਰੇ ਵਿਦਿਆਰਥੀਓ, ਬੜਾ ਹੀ ਵਧੀਆ ਤਰੀਕੇ ਨਾਲ ਆਲਮੰਡ ਜੀ ਹੁਣਾਂ ਨੇ ਤੇ ਡੇਵਿਡ ਈਸਟਨ ਜੀ ਹੁਣਾਂ ਨੇ ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਨੂੰ ਬੜੇ ਹੀ ਦੋਨਾਂ ਨੇ ਆਪੋ ਆਪਣੇ ਮਾਡਲਾਂ ਦੇ ਵਿੱਚ ਪੇਸ਼ ਕੀਤਾ ਹੈ। ਅੱਜ ਰਾਜਨੀਤਿਕ ਪ੍ਰਣਾਲੀ ਨੂੰ ਜੇਕਰ ਅਸੀਂ ਪ੍ਰੈਕਟੀਕਲ ਵੇ ਨਾਲ ਦੇਖੀਏ ਤੇ ਵਾਕਿਆ ਹੀ ਅੱਜ ਪੋਲੀਟੀਕਲ ਸਿਸਟਮ ਆਲਮੰਡ ਜੀ ਦੇ ਮਾਡਲ ਦੇ ਅਨੁਸਾਰ ਤੇ ਡੇਵਿਡ ਈਸਟਨ ਜੀ ਦੇ ਮਾਡਲ ਦੇ ਅਨੁਸਾਰ ਚੱਲ ਰਿਹਾ ਹੈ। ਅੱਜ ਵੱਡੇ ਪੱਧਰ ਤੇ ਰੋਜ਼ ਬਹੁਤ ਸਾਰੀਆਂ ਲੋਕਾਂ ਦੀਆਂ ਮੰਗਾਂ ਸਰਕਾਰ ਤੱਕ
ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜਾਂਦੀਆਂ ਹਨ ਤੇ ਗਵਰਨਮੈਂਟ ਦਾ ਲਗਾਤਾਰ ਇਸ ਗੱਲ ਵੱਲ ਧਿਆਨ ਹੁੰਦਾ ਹੈ ਕਿ ਲੋਕੀ ਕੀ ਚਾਹੁੰਦੇ ਹਨ। ਇਸੇ ਤਰ੍ਹਾਂ ਗਵਰਨਮੈਂਟ ਦੇ ਨਿਰਣੇ, ਗਵਰਨਮੈਂਟ ਦੇ ਡਿਸੀਜਨ ਮੇਕਿੰਗ, ਗਵਰਨਮੈਂਟ ਦੀਆਂ ਨੀਤੀਆਂ, ਪ੍ਰੋਗਰਾਮ, ਲਗਾਤਾਰ ਨੀਤੀ ਆਯੋਗ ਦਾ ਕੰਮ ਹੀ ਆ ਕਿ ਨੀਤੀਆਂ ਬਣਾਉਣੀਆਂ ਵੱਖ-ਵੱਖ ਸਟੇਟਾਂ ਦੇ ਵੈਲਫੇਅਰ ਦੇ ਲਈ। ਸੋ ਇੱਕ ਪ੍ਰੋਸੈਸ ਹੈ ਜਿਹੜੀ ਕਿ ਕੰਟੀਨਿਊਸਲੀ ਚੱਲਦੀ ਹੈ, ਸਾਨੂੰ ਦਿਖਾਈ ਨਹੀਂ ਦਿੰਦੀ ਹੈ। ਪੋਲੀਟੀਕਲ ਸਿਸਟਮ ਇਜ਼ ਅ ਪ੍ਰੋਸੈਸ ਜਿਹੜੀ ਕਿ ਸਾਨੂੰ ਦਿਖਾਈ ਨਹੀਂ ਦਿੰਦੀ ਹੈ ਪਰ ਲਗਾਤਾਰ ਚੱਲ ਰਹੀ ਹੈ। ਇਹ ਹਰ ਦੇਸ਼ ਵਿੱਚ ਚੱਲ ਰਹੀ ਹੈ। ਸੋ ਇਹ ਇੱਕ ਡੇਵਿਡ ਈਸਟਨ ਜੀ, ਆਲਮੰਡ ਪਾਵਲ ਜੀ, ਸੋ ਇਹਨਾਂ ਸਾਰਿਆਂ ਦੀ ਨਵੀਂ ਰਿਸਰਚ ਸੀ। ਪੋਲੀਟੀਕਲ ਸਿਸਟਮ ਨੂੰ ਮਨੁੱਖੀ ਵਿਵਹਾਰ ਦੇ ਨਾਲ ਜੋੜਿਆ ਗਿਆ, ਪੋਲੀਟੀਕਲ ਸਿਸਟਮ ਨੂੰ ਬਿਹੇਵੀਜ਼ਮ ਦੇ ਨਾਲ ਜੋੜਿਆ ਗਿਆ, ਪੋਲੀਟੀਕਲ ਸਿਸਟਮ ਨੂੰ ਰਸਮੀ ਢਾਂਚਿਆਂ ਤੱਕ ਸੀਮਿਤ ਨਹੀਂ ਰੱਖਿਆ ਗਿਆ ਬਲਕਿ ਗੈਰ ਰਸਮੀ ਢਾਂਚਿਆਂ ਨੂੰ ਵੀ ਪੋਲੀਟੀਕਲ ਸਿਸਟਮ ਦੇ ਵਿੱਚ ਜੋੜਿਆ ਗਿਆ। ਸੋ ਬਿਲਕੁਲ ਗੱਲ ਅੱਜ ਇਹਨਾਂ ਦੀ ਪ੍ਰੈਕਟੀਕਲ ਸਾਬਤ ਹੋ ਗਈ ਹੈ। ਅੱਜ ਪੂਰਾ ਪੋਲੀਟੀਕਲ ਸਿਸਟਮ, ਜਦੋਂ ਵੀ ਕੋਈ ਲੜਾਈ ਹੁੰਦੀ ਹੈ ਜਾਂ ਝਗੜੇ ਹੁੰਦੇ ਹਨ, ਦੋ ਦੇਸ਼ਾਂ ਦੀਆਂ ਆਪਸ ਵਿੱਚ ਲੜਾਈਆਂ ਹੁੰਦੀਆਂ ਹਨ ਤੇ ਪੋਲੀਟੀਕਲ ਸਿਸਟਮ ਦੀਆਂ ਵਾਕਈ ਹੱਦਾਂ ਵੱਧ ਜਾਂਦੀਆਂ ਹਨ ਤੇ ਜਦੋਂ ਪੀਸ ਹੈ ਆਟੋਮੈਟਿਕਲੀ ਸਿਸਟਮ ਬੜਾ ਵਧੀਆ ਤਰੀਕੇ ਨਾਲ ਵਰਕ ਕਰਦਾ ਹੈ। ਸੋ ਪਿਆਰੇ ਵਿਦਿਆਰਥੀਓ, ਇੱਥੇ ਮੈਂ ਆਪਣਾ ਹੁਣ ਇਹ ਵਿਚਾਰ ਚਰਚਾ ਇੱਥੇ ਸਟਾਪ ਕਰਦਾ ਹਾਂ। ਸੋ ਅਗਲੇ ਸ਼ੁੱਕਰਵਾਰ ਫਿਰ ਇਸੇ ਲੜੀ ਨੂੰ ਜਾਰੀ ਰੱਖਦੇ ਹੋਏ ਅਗਲੇ ਲੈਸਨ ਨੂੰ ਜਾਂ ਇਸੇ ਲੈਸਨ ਦੇ ਵਿੱਚੋਂ ਇੱਕ ਲੈਸਨ ਦੇ ਵਿੱਚੋਂ ਇੱਕ ਚੈਪਟਰ ਨੂੰ, ਇੱਕ ਟੌਪਿਕ ਨੂੰ ਹੋਰ ਲਾਵਾਂਗੇ। ਸੋ ਅਗਲੇ ਸ਼ੁੱਕਰਵਾਰ ਤੱਕ ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਦੁਆਬਾ ਰੇਡੀਓ।